ਅੱਜ ਫਾਈਨੈਂਸ਼ੀਅਲ ਐਨਾਲਿਸਟ ਸਰਦਾਰ ਸੁਰਿੰਦਰਪਾਲ ਸਿੰਘ ਗੱਲਬਾਤ ਕਰਨਗੇ। ਇੰਟਰਸਟ ਰੇਟਸ ਨੇ ਜਿਹੜੇ ਉਹ ਜਿੰਨੀ ਉਮੀਦ ਰੱਖੀ ਜਾ ਰਹੀ ਸੀ ਉਸ ਤੋਂ ਜ਼ਿਆਦਾ ਉੱਪਰ ਚੁੱਕ ਦਿੱਤੇ ਬੈਂਕ ਨੇ। ਹੁਣ ਕੀ ਬਣੇਗਾ? ਦੇਖੋ ਸਰ, ਰਿਸੈਸ਼ਨ ਦੀ ਜਿਹੜੀ ਟੈਕਨੀਕਲ ਡੈਫੀਨੇਸ਼ਨ ਹੈ ਆ, ਜਦੋਂ GDP 2 ਕੁਆਟਰ ਲਗਾਤਾਰ ਨੈਗੇਟਿਵ ਚਲਾ ਜੇ ਉਹਨੂੰ ਅਸੀਂ ਰਿਸੈਸ਼ਨ ਕਹਿ ਦਿੰਦੇ ਹਾਂ ਕਿ ਮਹਿੰਗਾਈ ਜਿਹੜੀ ਆ ਇਟ ਇਜ਼ ਏ ਬਿਗਰ ਈਵਲ ਦੈਨ ਸੌਫਟ ਲੈਂਡਿੰਗ। ਦੈਟਸ ਵਾਟ ਸਾਡੇ ਬੈਂਕ ਆਫ ਕੈਨੇਡਾ ਇਹ ਮੰਨਦੇ ਨੇ ਕਿ ਵੀ ਆਰ ਮੂਵਿੰਗ ਟੂਵਰਡ ਸੌਫਟ ਲੈਂਡਿੰਗ। ਰਿਸੈਸ਼ਨ ਦੀ ਗੱਲ ਨਹੀਂ ਕਰਦੇ ਹੋ। ਮਹਿੰਗਾਈ ਕਿਸ ਕਰਕੇ ਵਧੀ ਹੈ? ਕਿਉਂਕਿ ਹਮੇਸ਼ਾ ਮਹਿੰਗਾਈ ਜਿਸ ਤਰ੍ਹਾਂ ਤੁਸੀਂ ਦੇਖਦੇ ਹੋ ਪਹਿਲਾਂ ਡਿਮਾਂਡ ਸਪਲਾਈ ਕਰਕੇ ਵਧਦੀ ਸੀਗੀ, ਪਰ ਇਸ ਵਾਰ ਜਿਹੜੀ ਹੈ ਇਹ ਕਈ ਵਜ੍ਹਾ ਨੇ। ਇੱਕ ਤੇ ਪਹਿਲਾਂ 2 ਸਾਲ ਸਪਰੈਸ ਰਹੀ ਜਿਹੜੀ ਇਕੋਨਮੀ, ਕਿਉਂਕਿ ਕੋਵਿਡ ਦੇ ਅੰਦਰ ਲੋਕੀ ਬੰਦ ਰਹੇ। ਇੱਕਦਮ ਜਦੋਂ ਉਛਲ ਕੇ ਬਾਹਰ ਆਈ ਤੇ ਇਟ ਵਾਜ਼ ਐਕਸਪੈਕਟਡ ਕਿ ਬਾਉਂਸ ਬੈਕ ਕਰੇਗੀ। ਕੈਨੇਡਾ ਦੀ ਆਰਥਿਕਤਾ ਦੇ ਜਿਹੜੇ ਅਬਜ਼ਰਵਰ ਨੇ ਸਰ ਸਾਹਿਬ, ਉਹ ਕਹਿ ਰਹੇ ਆ ਕਿ ਜਿਹੜੀ ਇਹ ਸਪਲਾਈ ਚੇਨ ਦੀ ਰੱਟ ਲਾਈ ਹੋਈ ਹੈ, ਯੂਕਰੇਨ ਦੇ ਨਾਲ ਤਾਂ ਪਹਿਲਾਂ ਵੀ ਕੋਈ ਏਡਾ ਵੱਡਾ ਵਪਾਰ ਨਹੀਂ ਸੀ ਸਾਡਾ। ਅੱਜ ਫੂਡ ਸਪਲਾਇਰਸ ਨੇ ਜੋ ਕੁਝ ਕਿਹਾ ਹੈ, ਲੋਕ ਕਈ ਉਂਗਲੀਆਂ ਉਠਾ ਰਹੇ ਆ ਫੂਡ ਸਪਲਾਇਰਸ ਬਾਰੇ ਕਿ ਲੋਕਲ ਸਪਲਾਇਰਸ ਪੈਸੇ ਬਣਾ ਰਹੇ ਨੇ, ਵਰਨਾ ਜਿਹੜੀ ਚੇਨ ਸਪਲਾਈ ਵਗੈਰਾ ਦਾ ਨਾਂ ਲੈ ਕੇ ਬਲੇਮ ਕਰਕੇ ਇਸ ਜੰਗ ਕਰਨ ਵਾਲੇ ਦੋਨਾਂ ਹੀ ਮੁਲਕਾਂ ਨਾਲ ਅਸੀਂ ਇਹਨਾਂ ਤੇ ਆਰਥਿਕ ਤੌਰ ਤੇ ਨਿਰਭਰ ਨਹੀਂ ਸਾਂ ਕਰਦੇ। ਤੁਸੀਂ ਸ਼ਾਮਿਲ ਹੋ ਦ ਹਰਜਿੰਦਰ ਥਿੰਦ ਸ਼ੋਅ ਵਿੱਚ। ਅੱਜ ਫਾਈਨੈਂਸ਼ੀਅਲ ਐਨਾਲਿਸਟ ਸਰਦਾਰ ਸੁਰਿੰਦਰਪਾਲ ਸਿੰਘ ਗੱਲਬਾਤ ਕਰਨਗੇ। ਇੰਟਰਸਟ ਰੇਟਸ ਨੇ ਜਿਹੜੇ ਉਹ ਜਿੰਨੀ ਉਮੀਦ ਰੱਖੀ ਜਾ ਰਹੀ ਸੀ ਉਸ ਤੋਂ ਜ਼ਿਆਦਾ ਉੱਪਰ ਚੁੱਕ ਦਿੱਤੇ ਬੈਂਕ ਨੇ। ਹੁਣ ਕੀ ਬਣੇਗਾ? ਇਸ ਬਾਰੇ ਅੱਜ ਗੱਲਬਾਤ ਹੋਏਗੀ ਤੇ ਸੁਰਿੰਦਰਪਾਲ ਸਿੰਘ ਜੀ ਮੇਰੇ ਨਾਲ ਸ਼ਾਮਲ ਹੋ ਗਏ ਨੇ। ਸੁਰਿੰਦਰਪਾਲ ਸਿੰਘ ਜੀ, ਜੀ ਆਇਆਂ ਨੂੰ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਥੈਂਕ ਯੂ ਵੈਰੀ ਮਚ ਥਿੰਦ ਸਾਹਿਬ। ਆਪ ਜੀ ਨੂੰ ਵੀ ਸਤਿ ਸ਼੍ਰੀ ਅਕਾਲ, ਆਪ ਜੀ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ, ਨਮਸਕਾਰ ਔਰ ਆਦਾਬ ਜੀ। ਸਰਦਾਰ ਸਾਹਿਬ, ਜਿੰਨੀ ਭਵਿੱਖਬਾਣੀ ਕੀਤੀ ਸੀ ਅਰਥ ਸ਼ਾਸਤਰੀਆਂ ਨੇ, ਅਰਥ ਸ਼ਾਸਤਰੀ ਤਾਂ ਹੈਰਾਨ ਪਰੇਸ਼ਾਨ ਰਹਿ ਗਏ ਨੇ। ਉਹ ਤਾਂ ਇਹ ਸੀ ਵੀ 3% 3 ਕੁਆਟਰ ਪਰਸੈਂਟੇਜ ਉੱਪਰ ਚੁੱਕ ਦੇਣਗੇ, ਉਹਨਾਂ ਨੇ 4 ਕੁਆਟਰ ਚੁੱਕ ਦਿੱਤੀ। ਹੁਣ ਕੀ ਬਣੇਗਾ? Basically, sir, yeah, widely it was expected ਕਿ economies follow 75 basis point ਹੋਏਗਾ। 1% ਵਧਾਉਣਾ ਇਹ ਠੀਕ ਹੈ ਸਰ, ਕਿਉਂਕਿ ਇਨਫਲੇਸ਼ਨ ਦੇ ਨੰਬਰ ਜਿਹੜੇ ਨੇ ਅੱਜ ਸਾਡੇ ਤੱਕ ਕੈਨੇਡਾ ਦੇ ਇਨਫਲੇਸ਼ਨ ਨੰਬਰ ਹਜੇ ਨਹੀਂ ਆਏ। ਅਮਰੀਕਨ ਨੰਬਰ ਜਿਹੜੇ ਆ ਜਾਏ ਨੇ ਬਹੁਤ ਮਾੜੇ ਆਏ। 9.1% ਇਨਫਲੇਸ਼ਨ ਹੈ, 40 ਈਅਰ ਹਾਈ ਆ। ਇੱਥੇ ਵੀ ਇਨਫਲੇਸ਼ਨ ਜਿਹੜੀ ਪਿਛਲੇ ਮੰਥ ਸੀਗੀ 7.7% ਸੀਗੀ। I think this kind of shocker treatment you need it to remove the speculators out। ਔਰ ਇਹ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਦੱਸਦਾ ਆ ਰਿਹਾ ਜੀ ਕਿ ਮਹਿੰਗਾਈ ਜਿਹੜੀ ਆ ਇਟ ਇਜ਼ ਏ ਬਿਗਰ ਈਵਲ ਦੈਨ ਸੌਫਟ ਲੈਂਡਿੰਗ। ਦੈਟਸ ਵਾਟ ਸਾਡੇ ਬੈਂਕ ਆਫ ਕੈਨੇਡਾ ਇਹ ਮੰਨਦੇ ਨੇ ਕਿ ਵੀ ਆਰ ਮੂਵਿੰਗ ਟੂਵਰਡ ਸੌਫਟ ਲੈਂਡਿੰਗ। ਰਿਸੈਸ਼ਨ ਦੀ ਗੱਲ ਨਹੀਂ ਕਰਦੇ ਹੋ। ਬਾਕੀ ਜਿਹੜੇ ਆਮ ਲੋਕ ਨੇ ਉਹ ਜ਼ਰੂਰ ਕਹਿੰਦੇ ਨੇ ਵੀ ਅਸੀਂ ਰਿਸੈਸ਼ਨ ਵੱਲ ਵੱਧ ਰਹੇ ਹਾਂ ਸਰ। ਸੋ ਟੈਕਨੀਕਲੀ ਜਿਵੇਂ ਤੁਸੀਂ ਵੇਖਦੇ ਹੋ ਸਰਦਾਰ ਜੀ, ਐਜ਼ ਏ ਫਾਈਨੈਂਸ਼ੀਅਲ ਐਨਾਲਿਸਟ, ਰਿਸੈਸ਼ਨ ਤੇ ਸੌਫਟ ਲੈਂਡਿੰਗ 'ਚ ਕੀ ਫਰਕ ਹੈ? ਦੇਖੋ ਸਰ, ਰਿਸੈਸ਼ਨ ਦੀ ਜਿਹੜੀ ਟੈਕਨੀਕਲ ਡੈਫੀਨੇਸ਼ਨ ਹੈ ਆ, ਜਦੋਂ GDP 2 ਕੁਆਟਰ ਲਗਾਤਾਰ ਨੈਗੇਟਿਵ ਚਲਾ ਜੇ ਉਹਨੂੰ ਅਸੀਂ ਰਿਸੈਸ਼ਨ ਕਹਿ ਦਿੰਦੇ ਹਾਂ। ਪਰ ਸੌਫਟ ਲੈਂਡਿੰਗ ਜਿਹੜਾ ਹੈ ਜੀ, ਇਹ ਤੁਸੀਂ ਕਹਿ ਸਕਦੇ ਵੀ 2 ਕੁਆਟਰ ਨਹੀਂ, ਸ਼ਾਇਦ 1-2 ਮੰਥ ਲਈ ਹੋ ਸਕਦਾ ਨੈਗੇਟਿਵ ਚਲਾ ਜਾਵੇ, ਮਤਲਬ ਨਾਟ ਕੰਜ਼ੈਕਟਲੀ 2 ਕੁਆਟਰਸ, ਉਹਨੂੰ ਤੁਸੀਂ ਸੌਫਟ ਲੈਂਡਿੰਗ ਕਹਿ ਸਕਦੇ ਹਾਂ। ਜਿਸ ਤਰ੍ਹਾਂ ਕਿ ਦੇਖੋ ਫਸਟ ਕੁਆਟਰ ਸਾਡੀ GDP ਅੱਛੀ ਐਕਸਪੈਂਡ ਕੀਤੀ ਸੀ, ਸੈਕਿੰਡ ਕੁਆਟਰ 'ਚ ਵੀ ਸਾਡੀ ਜਿਹੜੀ ਗਰੋਥ ਹੈ ਮੈਨੂੰ ਲੱਗਦਾ ਪੋਜ਼ੀਟਿਵ ਹੋਏਗੀ। 3rd ਜਾਂ 4th ਕੁਆਟਰ 'ਚ ਹੋ ਸਕਦਾ ਸਰ ਕਿ ਸਾਡੇ ਇੱਥੇ ਸੌਫਟ ਲੈਂਡਿੰਗ ਹੋਵੇ। ਜੇ ਲਗਾਤਾਰ 2 ਕੁਆਟਰ ਤੁਹਾਡੀ GDP ਸ਼ਰਿੰਕ ਕਰਦੀ ਹੈ ਤਾਂ ਫਿਰ ਅਸੀਂ ਟੈਕਨੀਕਲ ਇਹਦਾ ਡੈਫੀਨੇਸ਼ਨ ਅਸੀਂ ਰਿਸੈਸ਼ਨ ਦੀ ਦੇ ਸਕਦੇ ਹਾਂ, ਪਰ ਲੱਗਦਾ ਨਹੀਂ ਸਰ। ਅੱਛਾ, ਪਿਛਲੇ ਰਿਸੈਸ਼ਨ ਜਿਹੜੇ ਅਸੀਂ ਵੇਖੇ ਆ ਉਹਨਾਂ ਦੇ ਵਿੱਚ ਬੇਰੁਜ਼ਗਾਰੀ ਦਾ ਦੌਰ ਬੜਾ ਗਰਮ ਰਿਹਾ, ਨੌਕਰੀ ਨਹੀਂ ਸੀ ਮਿਲਦੀ, ਰੁਜ਼ਗਾਰ ਖਤਮ ਹੋ ਗਿਆ ਸੀ। ਪਰ ਐਤਕੀ ਜਾਨ ਮਾਰਿਓ ਬੰਦਾ ਨਹੀਂ ਲੱਭਦਾ ਕੰਮ ਕਰਨ ਲਈ। ਸੋ ਰਿਸੈਸ਼ਨ ਦੀ ਜਿਹੜੀ ਟੈਕਨੀਕਲਿਟੀ ਹੈ GDP ਦੇ ਨਾਲ ਨਾਲ, ਉਹਦੇ 'ਚ ਰੁਜ਼ਗਾਰ ਜਾਂ ਬੇਰੁਜ਼ਗਾਰੀ ਦਾ ਕੋਈ ਅਰਥ ਹੈ? ਦੇਖੋ ਸਰ, ਬਿਲਕੁਲ ਠੀਕ ਕਹਿ ਰਹੇ ਹੋ ਤੁਸੀਂ। ਇਸ ਵਾਰੀ ਸਾਰੇ ਮਿਥ ਜਿਹੜੇ ਆ ਉਹ ਪਾਸੇ ਰਹਿ ਗਏ ਨੇ, ਕਿਉਂਕਿ ਜਦੋਂ ਰਿਸੈਸ਼ਨ ਆਉਂਦਾ ਹੈ ਜੌਬਸ ਲੋਸ ਹੁੰਦੀਆਂ ਨੇ। ਲੇਕਿਨ ਇਸ ਵਾਰੀ ਤੁਸੀਂ ਦੇਖੋ ਮੋਰ ਦੈਨ ਮਿਲੀਅਨ ਜੌਬਸ ਵੈਕੈਂਸੀ ਹੈਗੀ ਆ, ਸਾਡੇ ਕੋਲ ਵਰਕਰ ਨਹੀਂ ਲੱਭ ਰਿਹਾ। ਇਹ ਮੈਨੂੰ ਲੱਗਦਾ ਜੀ ਕਿ ਜਿਸ ਤਰ੍ਹਾਂ ਬੈਂਕਸ ਦਾ ਆਪਣਾ ਸਟੈਂਡਰਡ ਆਪਰੇਟਿੰਗ ਪ੍ਰੋਸੀਜਰਸ ਹੁੰਦਾ ਆ, ਬਈ ਜੇ ਮਹਿੰਗਾਈ ਵਧੇ ਇੰਟਰਸਟ ਵਧਾ ਦਿਓ।
ਇਹ ਮੈਨੂੰ ਇਹ ਲੱਗਦਾ ਜੀ ਕਿ ਇਹ ਮਹਿੰਗਾਈ ਮੋਸਟਲੀ ਸਪਲਾਈ ਚੇਨ ਕਰਕੇ ਵੱਧ ਰਹੀ ਹੈ ਔਰ ਸਪਲਾਈ ਚੇਨ ਦੀ ਇਸ਼ੂਜ਼ ਜਿਹੜੇ ਹੈ, ਜਿਸ ਤਰ੍ਹਾਂ ਹੁਣ ਤੁਸੀਂ ਦੇਖ ਰਹੇ ਫਿਰ ਦੁਬਾਰਾ ਕੋਵਿਡ ਦੀ ਵੇਵ ਜਿਹੜੀ ਹੈ ਚਾਈਨਾ ਦੇ ਅੰਦਰ ਫਿਰ ਦੁਬਾਰਾ ਸ਼ੁਰੂ ਹੋ ਗਈ ਆ, ਕੁਝ ਕੰਟਰੀਜ਼ ਦੇ ਸ਼ੁਰੂ ਹੋ ਗਈ ਹੈ। ਤੇ ਇਸ ਕਰਕੇ ਜਿਹੜਾ ਹੈ ਜੀ ਜਦ ਤੱਕ ਇਹ ਠੀਕ ਨਹੀਂ ਹੁੰਦੀ, ਸਪਲਾਈ ਚੇਨ ਠੀਕ ਨਹੀਂ ਹੁੰਦੀ, ਤਾਂ ਤੱਕ ਜਿਹੜੀ ਹੈ ਇਹ ਡਿਸਰਪਸ਼ਨ ਜਿਹੜੀ ਹੈ ਸਪਲਾਈ ਚੇਨ ਦੇ ਅੰਦਰ ਇਹ ਠੀਕ ਨਹੀਂ ਹੁੰਦੀ, ਤਾਂ ਤੱਕ ਇਹ ਇੱਦਾਂ ਹੀ ਰਹਿਣੀ ਹੈ ਔਰ ਇਹਨੂੰ ਠੀਕ ਹੋਣ 'ਚ ਘੱਟ ਤੋਂ ਘੱਟ ਨਹੀਂ ਸਾਲ 1.5 ਸਾਲ ਦਾ ਟਾਈਮ ਲੱਗਣਾ ਹੈ। ਮੇਬੀ ਇਨ ਫਿਊਚਰ ਦੇ ਵਿਲ ਰਿਵਾਈਜ਼ ਦੇਅਰ ਸਟੈਂਡਰਡ ਆਪਰੇਟਿੰਗ ਪ੍ਰੋਸੀਜਰਸ ਵੀ ਮਹਿੰਗਾਈ ਕਿਸ ਕਰਕੇ ਵਧੀ ਹੈ, ਕਿਉਂਕਿ ਹਮੇਸ਼ਾ ਮਹਿੰਗਾਈ ਜਿਸ ਤਰ੍ਹਾਂ ਤੁਸੀਂ ਦੇਖਦੇ ਹੋ ਪਹਿਲਾਂ ਡਿਮਾਂਡ ਸਪਲਾਈ ਕਰਕੇ ਵੱਧਦੀ ਸੀਗੀ, ਪਰ ਇਸ ਵਾਰ ਜਿਹੜੀ ਹੈ ਇਹ ਕਈ ਵਜ੍ਹਾ ਨੇ। ਇੱਕ ਤਾਂ ਪਹਿਲਾਂ 2 ਸਾਲ ਸਪਰੈਸ ਰਹੀ ਜਿਹੜੀ ਇਕੋਨਮੀ, ਕਿਉਂਕਿ ਕੋਵਿਡ ਦੇ ਅੰਦਰ ਲੋਕੀ ਬੰਦ ਰਹੇ, ਇੱਕਦਮ ਜਦੋਂ ਉਛਲ ਕੇ ਬਾਹਰ ਆਈ ਤੇ ਇਟ ਵਾਜ਼ ਐਕਸਪੈਕਟਡ ਕਿ ਬਾਉਂਸ ਬੈਕ ਕਰੇਗੀ, ਲੇਕਿਨ ਯੂਕਰੇਨ ਵਾਰ ਨੇ ਇਹਨੂੰ ਜਿਹੜਾ ਹੈ ਉਹ ਐਜ਼ ਏ ਕੈਟਲਿਸਟ ਕੰਮ ਕੀਤਾ। ਬਾਕੀ ਰਹਿੰਦੀ ਸਹਿੰਦੀ ਕਸਰ ਜਿਹੜੀ ਹੈ ਜੀ ਉਹ ਚਾਈਨਾ ਦੇ ਜਿਹੜਾ ਕੋਵਿਡ ਦੇ ਅੰਦਰ ਜਿਹੜਾ ਲੋਕਡਾਊਨ ਕੀਤਾ ਉਹਦੇ ਕਰਕੇ ਹੋ ਗਈ ਆ। ਸੋ ਦੇਰ ਆਰ ਸੋ ਮੈਨੀ ਫੈਕਟਰਸ ਇਨਵੋਲਵਡ ਇਨ ਦੇਅਰ। ਬਾਕੀ ਇਹ ਮੈਨੂੰ ਲੱਗਦਾ ਜੀ ਕਿ ਇਹ ਜਿਹੜੀ ਅੱਜ ਆંકੜੇ ਆਏ ਆ ਅਮਰੀਕਾ ਦੇ, ਇਹ ਆਉਣ ਵਾਲੇ ਟਾਈਮ 'ਚ ਵੀ ਆਰ ਵੈਰੀ ਕਲੋਜ਼ ਟੂ ਦ ਪੀਕ, ਕਿਉਂਕਿ ਇੱਥੇ ਸਾਡੇ ਓਨਟਾਰੀਓ 'ਚ ਵੀ ਇਹਨਾਂ ਨੇ ਸਾਡੇ ਸੂਬੇ ਦੇ ਅੰਦਰ ਪ੍ਰੋਵਿੰਸ਼ੀਅਲ ਗੈਸ ਟੈਕਸ ਜਿਹੜਾ ਹੈ ਉਹ 5.7 ਸੈਂਟ ਪਰ ਲੀਟਰ ਜਿਹੜਾ ਘਟਾ ਦਿੱਤਾ ਆ ਡੀਜ਼ਲ ਔਰ ਗੈਸ ਦੇ 6 ਮਹੀਨਿਆਂ ਲਈ। ਇਸ ਤਰ੍ਹਾਂ ਹੀ ਕਈ ਸੂਬਿਆਂ 'ਚ ਮੇਰੇ ਖਿਆਲ ਅਲਬਰਟਾ 'ਚ ਪਹਿਲਾਂ ਹੀ ਸੀਗਾ 3 ਮਹੀਨਿਆਂ ਲਈ ਕੀਤਾ ਗਿਆ ਸੀਗਾ, ਤੇ ਉਹਦੇ ਵੀ ਇਫੈਕਟ ਨਜ਼ਰ ਆ ਰਹੇ ਨੇ। ਨਾਲੇ ਜਿਹੜਾ ਗਲੋਬਲ ਇਕੋਨਮੀ ਜਦੋਂ ਸਲੋ ਡਾਊਨ ਹੋ ਰਹੀ ਹੈ ਤੇ ਐਜ਼ ਸੱਚ ਆਇਲ ਵੀ ਤੁਸੀਂ ਦੇਖ ਰਹੇ ਹੋ ਪਿਛਲੇ ਵੀਕ ਵੀ 8% ਆਇਲ ਥੱਲੇ ਡਿੱਗਿਆ ਹੈਗਾ, ਅੱਜ ਵੀ ਆਇਲ ਦੇ ਅੰਦਰ ਵੋਲੇਟਿਲਿਟੀ ਹੈਗੀ ਹੈ। ਸੋ ਆਇਲ ਇਜ਼ ਅ ਵੈਰੀ ਗੁੱਡ ਇੰਡੀਕੇਟਰ ਆਫ ਦੀ ਇਕੋਨਮੀ। ਜੇ ਆਇਲ ਥੱਲੇ ਜਾ ਰਿਹਾ ਦੈਟ ਟੈਲਿੰਗ ਯੂ ਕਿ ਇਕੋਨਮੀ ਜਿਹੜੀ ਆ ਇਹ ਵੇਵਰਿੰਗ ਹੈ, ਇਹ ਇਕੋਨਮੀ ਇੰਨੀ ਸਟਰੋਂਗ ਫੁਟਿੰਗ ਤੇ ਨਹੀਂ ਹੈਗੀ। ਤੇ ਆਇਲ ਜੇ ਥੱਲੇ ਜਾ ਰਿਹਾ ਉਹਦੇ ਨਾਲ ਕਈ ਫੈਕਟਰ ਨੇ, ਜਿਹੜੀ ਇਨਫਲੇਸ਼ਨ ਹੈ ਉਹ ਵੀ ਕਾਫੀ ਹੱਦ ਤੱਕ ਉਹਦੇ ਤੇ ਕਾਬੂ ਪਾਇਆ ਜਾ ਸਕਦਾ। ਸਰ ਕੈਨੇਡਾ ਦੀ ਆਰਥਿਕਤਾ ਦੇ ਜਿਹੜੇ ਅਬਜ਼ਰਵਰ ਨੇ ਸਰ ਸਾਹਿਬ, ਉਹ ਕਹਿ ਰਹੇ ਆ ਕਿ ਜਿਹੜੀ ਇਹ ਸਪਲਾਈ ਚੇਨ ਦੀ ਰੱਟ ਲਾਈ ਹੋਈ ਹੈ, ਯੂਕਰੇਨ ਦੇ ਨਾਲ ਤਾਂ ਪਹਿਲਾਂ ਵੀ ਕੋਈ ਏਡਾ ਵੱਡਾ ਵਪਾਰ ਨਹੀਂ ਸੀ ਸਾਡਾ ਤਾਂ ਸਭ ਤੋਂ ਵੱਡਾ ਜਿਹੜਾ ਵਪਾਰ ਦੇ ਨਾਲ ਪਾਰਟਨਰ ਹੈ ਉਹ ਯੂਨਾਈਟਿਡ ਸਟੇਟਸ ਹੈ ਜਾਂ ਫਿਰ ਚੀਨ ਨਾਲ ਸੀ। ਬਾਕੀ ਬਿਮਾਰੀਆਂ ਠਮਾਰੀਆਂ ਤਾਂ ਆਉਂਦੀਆਂ ਜਾਂਦੀਆਂ ਰਹੀਆਂ। ਸੋ ਇਹਦੇ ਕਾਰਨ ਉਹ ਕਹਿੰਦੇ ਹੋਰ ਆ ਕਿ ਕਈ ਲੋਕ ਤਾਂ ਖਾਸ ਤੌਰ ਦੇ ਉੱਤੇ ਫੂਡ ਦੇ ਵਿੱਚ ਹੋ ਰਹੀ ਮਹਿੰਗਾਈ ਬਾਰੇ ਅੱਜ ਫੂਡ ਸਪਲਾਇਰਸ ਨੇ ਜੋ ਕੁਝ ਕਿਹਾ ਹੈ, ਲੋਕ ਕਈ ਉਂਗਲੀਆਂ ਉਠਾ ਰਹੇ ਆ ਫੂਡ ਸਪਲਾਇਰਸ ਬਾਰੇ ਕਿ ਲੋਕਲ ਸਪਲਾਇਰਸ ਪੈਸੇ ਬਣਾ ਰਹੇ ਨੇ, ਵਰਨਾ ਜਿਹੜੀ ਚੇਨ ਸਪਲਾਈ ਵਗੈਰਾ ਦਾ ਨਾਂ ਲੈ ਕੇ ਬਲੇਮ ਕਰਕੇ ਇਸ ਜੰਗ ਕਰਨ ਵਾਲੇ ਦੋਨਾਂ ਹੀ ਮੁਲਕਾਂ ਨਾਲ ਅਸੀਂ ਇਹਨਾਂ 'ਤੇ ਆਰਥਿਕ ਤੌਰ 'ਤੇ ਨਿਰਭਰ ਨਹੀਂ ਸਾਂ ਕਰਦੇ। ਬਿਲਕੁਲ ਠੀਕ ਕਹਿ ਰਹੇ ਹੋ ਸਰ ਤੁਸੀਂ। ਸਾਡਾ ਯੂਕਰੇਨ ਨਾਲ ਕੋਈ ਇੰਨਾ ਵੱਡਾ ਟ੍ਰੇਡਿੰਗ ਪਾਰਟਨਰ ਨਹੀਂ ਹੈ, ਨਾ ਹੀ ਰਸ਼ੀਆ ਹੈਗਾ। ਚਾਈਨਾ ਤੋਂ ਕਾਫੀ ਰਾ ਮਟੀਰੀਅਲ ਆਉਂਦਾ ਆ, ਨੰਬਰ 1 ਚਾਈਨਾ ਦੇ ਨਾਲ ਇਫੈਕਟਡ ਹੈਗਾ। ਸੈਕੰਡਲੀ ਸਰ ਜਿਹੜਾ ਹੈਗਾ ਤੁਸੀਂ ਦੇਖੋ ਕਿ ਜਿਹੜੇ ਗੈਸ ਪ੍ਰਾਈਸਿਸ ਵਧੇ ਆ, ਇਸ ਕਰਕੇ ਨਹੀਂ ਵਧੇ ਕਿ ਅਸੀਂ ਰਸ਼ੀਆ ਤੋਂ ਗੈਸ ਲੈਂਦੇ ਹਾਂ, ਰਸ਼ੀਆ ਨੂੰ ਵੇਚਦੇ ਹਾਂ। ਰਸ਼ੀਆ ਸਪਲਾਈ ਕਰਦਾ ਸੀ ਯੂਰਪ ਨੂੰ, ਸੈਕੰਡ ਲਾਰਜੈਸਟ ਪ੍ਰੋਡਿਊਸਰ ਆਇਲ ਸੀਗਾ, ਤੇ ਹੁਣ ਆਇਲ ਜਿਹੜਾ ਹੈ ਅਸੀਂ ਵੀ ਦੂਸਰੇ ਕੰਟਰੀ ਨੂੰ ਦੇਣਾ ਹੈਗਾ ਆ, ਜਾਂ ਅਮਰੀਕਾ ਆਇਲ ਵੇਚ ਰਿਹਾ ਹੈਗਾ, ਤੇ ਆਇਲ ਦੇ ਪ੍ਰਾਈਸਿਸ ਜਿਹੜੇ ਆ ਉਹ ਕਾਫੀ ਉੱਤੇ ਗਏ, ਇਸੇ ਕਰਕੇ ਆਇਲ ਦੇ ਪ੍ਰਾਈਸਿਸ ਗਏ ਆ। ਔਰ ਆਇਲ ਦੇ ਨਾਲ ਹੀ ਜਿਹੜੀ ਹੈ ਇਨਫਲੇਸ਼ਨ ਕਾਫੀ ਹੱਦ ਤੱਕ ਉੱਤੇ ਜਾਂਦੀ ਹੈ ਜੀ। ਹਾਲਾਂਕਿ ਅੱਜ ਮੇਰੇ ਖਿਆਲ ਅੱਜ ਸਾਡੇ ਜਿਹੜੇ ਇੱਥੋਂ ਅਮਰੀਕਾ ਦੇ ਪ੍ਰੈਜ਼ੀਡੈਂਟ ਨੇ ਬਾਈਡਨ, ਹੀ ਇਜ਼ ਇਨ ਮਿਡਲ ਈਸਟ, ਆਈ ਥਿੰਕ ਟੁਮਾਰੋ ਹੀ ਇਜ਼ ਗੋਇੰ ਟੂ ਮੀਟ ਦੀ ਸਾਊਦੀ ਅਰਬਸ ਕਿੰਗ, ਕਿ ਕਿਸੇ ਤਰੀਕੇ ਨਾਲ ਆਪਣੀ ਉਹ ਆਇਲ ਦੀ ਸਪਲਾਈ ਵਧਾਉਣ ਤੇ ਵੀ ਇਹ ਠੀਕ ਹੋਵੇ। ਤੀਸਰੀ ਗੱਲ ਸਰ ਜਿਹੜੀ ਹੈਗੀ ਆ ਕਿ ਇਹ ਜਿਹੜੀ ਤੁਸੀਂ ਗੱਲ ਕੀਤੀ ਕਿ ਸਾਡੇ ਟ੍ਰੇਡਿੰਗ ਪਾਰਟਨਰ ਤੇ ਬੇਸ਼ੱਕ ਉਹ ਨਹੀਂ ਹੈਗੇ, ਲੇਕਿਨ ਇਹ ਜਿਹੜੇ ਗਰੋਸਰੀ ਸਟੋਰ ਵਾਲੇ ਹੈ ਉਹਦੇ ਅੰਦਰ ਬਿਗ ਸਟੋਰਸ ਨੇ। ਤੁਹਾਨੂੰ ਯਾਦ ਹੋਏਗਾ 1 ਮਹੀਨੇ ਪਹਿਲਾਂ ਵੀ ਅਸੀਂ ਇੱਕ ਲੋਬਲਾਸ ਦੀ ਜਦੋਂ ਰਿਪੋਰਟ ਆਈ ਸੀ, ਅਸੀਂ ਉਦੋਂ ਇੱਕ ਇਹਦੇ ਤੇ ਅਸੀਂ ਗੱਲਬਾਤ ਕੀਤੀ ਸੀਗੀ, ਤੇ ਉਦੋਂ ਤੁਹਾਨੂੰ ਯਾਦ ਹੋਗਾ CFO ਦੇ ਜਿਹੜਾ ਲੋਬਲਾਸ ਦਾ CFO ਸੀ, ਉਹਦੀ ਸਟੇਟਮੈਂਟ ਨਹੀਂ ਸੀਗੀ, ਵੀ ਆਰ ਨਾਟ ਕੰਸਰਨਡ ਅਬਾਊਟ ਦ ਹਾਇਰ ਪ੍ਰਾਈਸਿਸ, ਵੀ ਜਸਟ ਉਹ ਕਹਿੰਦੇ ਸੀ ਵੀ ਅਸੀਂ ਆਪਣੀ ਜਿਹੜੀ ਪ੍ਰਾਈਸਿੰਗ ਹੈ ਉਹ ਕੰਪੀਟੀਸ਼ਨ ਨੂੰ ਦੇਖ ਕੇ ਕਰਦੇ ਹਾਂ, ਨਾ ਕਿ ਹਾਇਰ ਪ੍ਰਾਈਸ ਨੂੰ ਦੇਖ ਕੇ ਕਰਦੇ ਹਾਂ। ਯਾਨੀ ਕਿ ਜਿਹੜੇ ਵੀ ਡਿਸਟਰੀਬਿਊਟਰ ਨੇ ਇਹ ਪਾਸ ਉਹਨਾਂ ਕੇ ਕੰਜ਼ਿਊਮਰ ਨੂੰ ਕਰ ਰਹੇ ਨੇ, ਔਰ ਇਹਦੇ ਤੇ 40% ਮਾਰਜਨ ਉਹਨਾਂ ਦਾ ਵਧਿਆ ਪਿਛਲੇ 1 ਸਾਲ 'ਚ। ਇੱਕ ਇੰਨੇ ਵੱਡੇ ਸਟੋਰ ਦਾ, ਸਭ ਤੋਂ ਵੱਡਾ ਗਰੋਸਰੀ ਸਟੋਰ ਉਹ ਹੈਗਾ, ਔਰ 40% ਮਾਰਜਨ, 40% ਪ੍ਰੋਫਿਟ ਵਧਿਆ ਉਹਨਾਂ ਦਾ 1 ਸਾਲ ਦੇ ਅੰਦਰ। ਦੈਟ ਟੈਲਸ ਯੂ ਅ ਲੋਟ ਕਿ ਲੋਕ ਸੱਚੇ ਹੈ ਜੀ, ਲੋਕ ਸਹੀ ਗੱਲ ਕਹਿ ਰਹੇ ਆ ਕਿ ਗਰੋਸਰੀ ਸਟੋਰ ਵਾਲੇ ਜਿਹੜੇ ਹੈ ਜੀ ਇਹਦੇ ਅੰਦਰ ਜਿਹਨੂੰ ਕਹਿੰਦੇ ਨਾ ਪੰਜਾਬੀ 'ਚ ਮੌਕੇ ਤੇ ਚੌਕਾ ਲਾਣਾ, ਉਹ ਲਾ ਰਹੇ ਆ ਸਰ। ਅਖੀਰ ਦੇ ਵਿੱਚ ਸਾਨੂੰ ਦੱਸੋ ਵੀ ਹੁਣ ਘਰਾਂ ਦੀਆਂ ਕੀਮਤਾਂ ਥੱਲੇ ਆ ਰਹੀਆਂ ਨੇ, ਅੱਜ ਜਿਹੜੇ ਇੰਟਰਸਟ ਰੇਟ ਵੱਧ ਗਏ ਨੇ, ਇਹ 100 ਪਰਸੈਂਟੇਜ ਪੁਆਇੰਟ ਉਹਨਾਂ ਨੇ ਵਧਾ ਦਿੱਤਾ,
0.75% ਉਮੀਦ ਰੱਖੀ ਜਾ ਰਹੀ ਸੀ। ਇਹਦੇ ਨਾਲ ਹੁਣ ਕੀ ਫਰਕ ਪਏਗਾ ਮਾਰਕੀਟ ਦੇ ਉੱਤੇ? ਕੀ ਸਧਾਰਨ ਲੋਕ ਹੁਣ ਘਰ ਲੈ ਲੈਣ, ਕਰ ਜਾਣ ਜੰਪ? ਦੇਖੋ ਸਰ, ਇਹ ਡਿਪੈਂਡ ਕਰਦਾ ਤੁਸੀਂ ਕਿਹਦੇ ਨੂੰ ਗੱਲ ਕਰ ਰਹੇ ਹੋ। ਮੈਨੂੰ 3-4 ਵਰਜ਼ਨ ਦੱਸ ਦਿੰਦਾ। ਸਭ ਤੋਂ ਵੱਡੀ ਸਾਡੀ ਇੱਥੋਂ CMHC ਹੈ, ਕੈਨੇਡਾ ਮੌਰਗੇਜ ਹਾਊਸਿੰਗ ਕਾਰਪੋਰੇਸ਼ਨ ਦਾ ਇਹ ਕਹਿਣਾ ਹੈਗਾ ਕਿ ਹਾਊਸਿੰਗ ਮਾਰਕੀਟ ਕਾਫੀ ਹੱਦ ਤੱਕ ਸਟੇਬਲਾਈਜ਼ ਹੋ ਰਹੀ ਹੈ, ਔਰ ਉਹਨਾਂ ਦਾ ਇਹ ਮੰਨਣਾ ਹੈ, CMHC ਦਾ ਇਹ ਮੰਨਣਾ ਹੈ ਕਿ ਅਗਲੇ ਸਾਲ ਇੱਥੇ ਘਰਾਂ ਦੇ ਪ੍ਰਾਈਸਿਸ ਵਧਣਗੇ। ਪਰ CMHC ਮੈਂ ਇਹ ਦੱਸਦਾ, ਉਹਨਾਂ ਦੀ ਪਾਸ ਹਿਸਟਰੀ ਕੋਈ ਵਧੀਆ ਨਹੀਂ ਰਹੀ। ਜਦੋਂ ਕੋਵਿਡ ਸ਼ੁਰੂ ਹੋਇਆ ਸੀਗਾ ਤਾਂ CMHC ਦੇ ਪ੍ਰੈਜ਼ੀਡੈਂਟ ਨੇ ਕਿਹਾ ਸੀ ਵੀ 20% ਪ੍ਰਾਈਸ ਥੱਲੇ ਜਾਣਗੇ, ਤਾਂ ਪ੍ਰਾਈਸ 50% ਉੱਤੇ ਚਲੇ ਗਏ ਸੀ। ਜੇ ਤੁਸੀਂ ਕੈਨੇਡੀਅਨ ਰੀਅਲ estate ਐਸੋਸੀਏਸ਼ਨ ਨਾਲ ਗੱਲ ਕਰਦੇ ਹੋ, ਉਹਨਾਂ ਦੇ ਹਵਾਲੇ ਨਾਲ ਗੱਲ ਕਰਦੇ ਆ, ਤੇ ਉਹ ਇਹ ਮੰਨਦੇ ਨੇ ਜੀ ਕਿ ਅਗਲੇ 1 ਸਾਲ ਦੇ ਅੰਦਰ ਹਾਊਸਿੰਗ ਪ੍ਰਾਈਸਿਸ ਜਿਹੜੇ ਆ ਉਹ 10 ਤੋਂ 15% ਉੱਤੇ ਜਾਣਗੇ। ਜੇ ਤੁਸੀਂ ਬੈਂਕ TD ਦੇ ਇਕੋਨਮਿਸਟ ਦੀ ਗੱਲ ਕਰਦੇ ਆ ਤਾਂ ਉਹ ਇਹ ਮੰਨਦੇ ਨੇ ਕਿ ਅਗਲੇ 1 ਸਾਲ 'ਚ ਹੁਣ ਤੋਂ ਲੈ ਕੇ ਹੁਣ ਤੱਕ ਤਾਂ ਜਾ ਹੀ ਚੁੱਕੇ 15-20% ਥੱਲੇ, ਉਹ ਇਹ ਮੰਨਦੇ ਆ ਅਗਲੇ 1 ਸਾਲ 'ਚ another 10 to 15% prices will go down. So it depends whom you're talking to, ਪਰ overall ਇਸ time cash is king. ਕੋਈ ਵੀ ਕਿਤੇ ਤੁਹਾਨੂੰ ਇਨਵੈਸਟਮੈਂਟ, ਜਿਸ ਤਰ੍ਹਾਂ ਕਹਿ ਲਓ, ਈਵਨ ਆਈ ਡੂ ਇਨਵੈਸਟਮੈਂਟ ਫੰਡਸ ਕਰਦਾ ਮੈਂ, ਮਿਊਚੁਅਲ ਫੰਡਸ ਜਾਂ ਸਟਾਕਸ ਦੇ ਅੰਦਰ ਲੋਕ ਇਨਵੈਸਟਮੈਂਟ ਕਰਦੇ ਨੇ, ਉਹਦੇ ਅੰਦਰ ਵੀ ਲੋਕ ਡਰੇ ਹੋਏ ਨੇ ਫਿਲਹਾਲ ਜਿਸ ਹਿਸਾਬ ਨਾਲ ਜੋ ਵੋਲੇਟਿਲਿਟੀ ਹੈ। ਸੋ ਦੇਰ ਇਜ਼ ਨੋ ਪੁਆਇੰਟ ਇਨ ਇਨਵੈਸਟਿੰਗ। ਉਹ ਈਵਨ ਸਪੈਕੂਲੇਟਰ ਤੋਂ ਤੁਸੀਂ ਕਹਿ ਸਕਦੇ ਹੋ ਬਿਲਕੁਲ ਮਾਰਕੀਟ ਤੋਂ ਬਾਹਰ ਹੋ ਚੁੱਕੇ ਆ, ਕਿਉਂਕਿ ਪਿਛਲੇ 2 ਸਾਲਾਂ 'ਚ ਥਿੰਡ ਸਾਹਿਬ ਜਿੰਨਾ ਲੋਕਾਂ ਨੇ ਮਕਾਨ ਲਏ ਆ ਉਹ 'ਚ 22% ਸਪੈਕੂਲੇਟਰ ਲੋਕ ਸੀਗੇ, ਉਹਨਾਂ ਨੇ ਪ੍ਰਾਈਸ ਚੱਕੇ ਆ। ਔਰ ਇਹ ਇੰਟਰਸਟ ਦਾ ਕੀ ਇਫੈਕਟ ਪੈਂਦਾ, ਉਹਨਾਂ 'ਤੇ ਜ਼ਿਆਦਾ ਇਫੈਕਟ ਪੈਣਾ ਆ, ਕਿਉਂਕਿ ਜੇ ਤੁਹਾਡਾ ਕਿਤੇ ਇੰਟਰਸਟ ਕਿਤੇ 1 ਸਾਲ ਪਹਿਲਾਂ 1.15 ਤੇ ਮਿਲਦਾ ਸੀਗਾ, ਅੱਜ ਪ੍ਰਾਈਮ ਰੇਟ 4.7 ਹੈਗਾ, ਤੇ ਉਹਨਾਂ ਨੂੰ ਕਿਤੇ ਮਤਲਬ ਵਾਰਾ ਹੀ ਨਹੀਂ ਖਾਣਾ ਕਿ ਉਹ ਘਰ ਜਿਹੜੇ ਹੈ ਉਹ ਹੋਰ ਲੈਣਗੇ। ਹੋਰ ਲੈਣਾ ਤਾਂ ਛੱਡੋ, ਜਿਹੜੇ ਲਏ ਹੋਏ ਆ ਉਹ ਵੀ ਉਹਨਾਂ ਤੋਂ ਜਿਹੜੇ ਹੈ ਉਹ ਮਤਲਬ ਉਹਨਾਂ ਨੂੰ ਕੈਰੀ ਕਰਨਾ ਉਹਨਾਂ ਲਈ ਬਹੁਤ ਮੁਸ਼ਕਿਲ ਹੋ ਜਾਣਾ ਆ। ਤੇ ਇਹ ਪ੍ਰਾਈਸਿਸ ਦੀ ਐਡਜਸਟਮੈਂਟ ਜਿਹੜੀ ਹੈ ਹਾਊਸਿੰਗ ਮਾਰਕੀਟ ਦੇ ਅੰਦਰ ਬੜੀ ਜ਼ਬਰਦਸਤ ਹੋਈ ਹੈ ਔਰ ਹੋਣ ਜਾ ਰਹੀ ਹੈ। ਵੀ ਆਰ ਇਨ ਉਸ ਫੇਸ 'ਚੋਂ ਅਸੀਂ ਨਿਕਲ ਰਹੇ ਹਾਂ। ਜਦੋਂ ਉਸ ਫੇਸ 'ਚੋਂ ਨਿਕਲ ਜਾਓਗੇ ਤੁਸੀਂ ਬਾਹਰ, ਫਿਰ ਤੁਹਾਨੂੰ ਪਤਾ ਲੱਗੇਗਾ ਓਹੋ ਵਟ ਵੀ ਕਿਸ ਫੇਸ 'ਚੋਂ ਅਸੀਂ ਨਿਕਲੇ ਹੈਗੇ ਹਾਂ। ਤੇ ਹੁਣ ਮੈਨੂੰ ਨਹੀਂ ਲੱਗਦਾ ਇਸ ਟਾਈਮ ਜੀ ਕੋਈ ਘਰ ਲੈਣ ਦਾ ਮਤਲਬ ਮੇਬੀ ਆਈ ਐਮ ਨਾਟ ਅਗੇਂਸਟ ਰੀਅਲ estate ਇਨਵੈਸਟਮੈਂਟ। ਰੀਅਲ estate ਇਜ਼ ਅ ਵੈਰੀ ਗੁੱਡ ਇਨਵੈਸਟਮੈਂਟ, ਬਟ ਦਿਸ ਇਜ਼ ਨਾਟ ਦਾ ਟਾਈਮ ਟੂ ਜੰਪ ਇਨ ਦੇਅਰ ਸਰ। ਸੋ ਹੁਣ ਇਹਦੇ 'ਚ ਸਰ ਸਾਹਿਬ ਇੱਕ ਹੋਰ ਕੜਿੱਕੀ ਲੱਗ ਗਈ ਆ ਕਿ ਲੋਕ ਕੜਿੱਕੀ 'ਚ ਨਾ ਫਸ ਜਾਣ। ਦੇਖੋ ਕੀਮਤਾਂ ਭਾਵੇਂ ਘਟ ਜਾਣ ਜਾਂ ਘਟ ਰਹੀਆਂ ਨੇ ਜਾਂ ਥੋੜ੍ਹੀਆਂ ਬਹੁਤ ਰੀਜ਼ਨੇਬਲ ਹੋ ਰਹੀਆਂ ਨੇ ਸੇਲਜ਼ ਘਟਣ ਕਰਕੇ, ਲੇਕਿਨ ਜਦੋਂ ਕੋਈ ਘਰ ਖਰੀਦਣ ਲੱਗਦਾ ਔਰ ਉਸ ਤੋਂ ਬਾਅਦ ਜਿਹੜੀਆਂ ਅਪਰੇਜ਼ਲਸ ਨੇ, ਅਪਰੇਜ਼ਲ ਦੇ ਹਿਸਾਬ ਨਾਲ ਮੌਰਗੇਜ ਮਿਲਣੀ ਆ। ਜੇ ਅਪਰੇਜ਼ਲ ਉਸ ਘਰ ਦੀ ਬਹੁਤ ਘੱਟ ਆ ਰਹੀ ਆ ਤਾਂ ਤੁਹਾਨੂੰ ਡਾਊਨ ਪੇਮੈਂਟ ਜਿਹੜਾ ਉਹ ਕਿਤੇ ਵੱਧ ਦੇਣਾ ਪੈ ਜਾਂਦਾ। ਸੋ ਕਈ ਲੋਕ ਜਿਹੜੇ ਆ ਪਰਚੇਜ਼ਰ ਨੇ ਉਹ ਕੜਿੱਕੀ 'ਚ ਫਸ ਸਕਦੇ ਨੇ। ਬਿਲਕੁਲ ਫਸ ਸਕਦੇ ਆ ਸਰ। ਈਵਨ ਆਈ ਵਾਸ ਟੋਲਡ ਬਾਈ ਸਮ ਬੈਂਕ ਪੀਪਲ ਕਿ ਕਈ ਬੈਂਕ 2-2 ਵਾਰ ਅਪਰੇਜ਼ਲ ਕਰਾ ਰਹੇ ਆ। ਦੇਖੋ ਇੱਕ ਬੰਦੇ ਨੇ ਫਰਵਰੀ 'ਚ ਘਰ ਉਹਨੇ ਕਲੋਜ਼ ਮਤਲਬ ਆਫਰ ਐਕਸੈਪਟ ਹੋ ਗਈ, ਅੱਜ ਜੁਲਾਈ 'ਚ ਉਹਨਾਂ ਦੀ ਕਲੋਜ਼ਿੰਗ ਸੀ ਪਿਛਲੇ ਹਫ਼ਤੇ, ਤੇ ਉਹਨਾਂ ਨੇ ਮੈਨੂੰ ਦੱਸਿਆ ਜੀ ਕਿ ਸਾਡੀ ਹਫ਼ਤਾ ਪਹਿਲਾਂ ਕਲੋਜ਼ਿੰਗ ਤੋਂ ਹਫ਼ਤਾ ਪਹਿਲਾਂ ਅਪਰੇਜ਼ਲ ਕਹਿੰਦੇ ਸਾਡੀ ਠੀਕ ਵੈਲਿਊ ਆਈ। ਹੁਣ ਜਦੋਂ ਦੁਬਾਰਾ ਅਪਰੇਜ਼ਲ ਬੈਂਕ ਨੇ ਕੀਤੀ ਤੇ ਉਹ ਪ੍ਰਾਈਸ $2 ਲੱਖ ਘੱਟ ਆਈ, ਤੇ ਰਾਤੋਂ ਰਾਤ 1 ਹਫ਼ਤੇ 'ਚ ਉਹਨਾਂ ਨੇ ਬੈਂਕ ਨੇ ਕਿਹਾ ਵੀ ਜਾਂ ਤਾਂ ਡਾਊਨ ਪੇਮੈਂਟ ਤੁਹਾਨੂੰ ਵਧਾਉਣੀ ਪੈਣੀ ਆ। ਸੋ ਇਹ ਬਿਲਕੁਲ ਠੀਕ ਕਹਿ ਰਹੇ ਆ ਸਰ, ਲੋਕ ਇਹ 'ਚ ਫਸੇ ਹੋਏ ਨੇ। ਔਰ ਬੈਟਰ ਇਹੀ ਹੈ ਕਿ ਬੀ ਸ਼ੋਰ ਜਦੋਂ ਤੁਸੀਂ ਕੋਈ ਵੀ ਇਨਵੈਸਟਮੈਂਟ ਕਰਨੀ ਹੈ ਥੋੜ੍ਹਾ ਬਫਰ ਵੀ ਲੈ ਕੇ ਚੱਲੋ। ਡੋਂਟ ਸਿਟ ਔਨ ਐਜਸ। ਇਹ ਲੋਕ ਉਹੀ ਫਸਦੇ ਨੇ ਜਿਹੜੇ ਉਹ ਐਜਸ 'ਤੇ ਰਹਿੰਦੇ ਨੇ। ਥੋੜ੍ਹਾ ਜਿਹਾ ਬਫਰ ਲੈ ਕੇ ਚੱਲੋ, ਕਿਉਂਕਿ ਇੰਟਰਸਟ ਰੇਟ ਹਜੇ ਹੋਰ ਵਧਣਾ ਆ। ਇਹ ਕੋਈ ਇਹ ਨਹੀਂ ਹੈ ਕਿ ਅੱਜ ਜੇ 1% ਵੱਧ ਗਿਆ ਤੇ ਬੈਂਕ ਆਫ ਕੈਨੇਡਾ ਨੇ ਤੇ ਬ੍ਰੇਕ ਲਗਾ ਦੇਣੀ ਆ। 3 ਮੀਟਿੰਗਾਂ ਹੋਰ ਨੇ ਸਰ ਹਲੇ ਹੋਰ। ਨੈਕਸਟ ਮੀਟਿੰਗ ਦੇ ਅੰਦਰ ਸੈਪਟੈਂਬਰ 'ਚ another 25 to 50 basis point, ਯਾਨੀ ਕਿ ਜਿਹੜਾ ਪ੍ਰਾਈਮ ਹੈਗਾ ਅੱਜ 4.7 ਹੋ ਗਿਆ ਸਰ, ਇਹ ਤੁਸੀਂ ਸਾਲ ਦੇ ਐਂਡ ਤੱਕ 5.5 ਤੋਂ 6 ਮੰਨ ਕੇ ਚੱਲੋ। ਔਰ ਉਹ 5.5 ਤੋਂ 6% ਜੇ ਪ੍ਰਾਈਮ ਰੇਟ ਆਫ ਇੰਟਰਸਟ ਹੈ ਉਹ ਨਿਊਟਰਲ ਇੰਟਰਸਟ ਰੇਟ ਹੈ, ਉਹ ਕੋਈ ਵੱਧ ਨਹੀਂ ਹੈਗਾ। ਇਹ ਲੋਕ ਸ਼ਾਇਦ ਭੁੱਲ ਗਏ ਆ 2006-07 ਤੱਕ ਇਹੀ 6% ਇੰਟਰਸਟ ਹੁੰਦਾ ਸੀਗਾ। ਜਿਹੜੇ ਲੋਕ ਪਿਛਲੇ 10-15 ਸਾਲ ਜਿਹੜੇ ਇਹਨਾਂ ਦੇ ਘਰ ਲਏ ਆ ਜਾਂ ਕਈ ਲੋਕਾਂ ਨੇ ਉਹ ਦੌਰ ਹੀ ਨਹੀਂ ਦੇਖਿਆ ਹੈਗਾ, ਤੇ ਉਹਨਾਂ ਨੂੰ ਮੈਂ ਰਿਮਾਈਂਡ ਕਰਾ ਦਿਆਂ ਕਿ ਇਹ ਹਲੇ ਤਾਂ ਨਿਊਟਰਲ ਹੋਣੇ ਆ ਇੰਟਰਸਟ ਰੇਟ। ਨਿਊਟਰਲ ਤੋਂ ਬਾਅਦ ਫਿਰ ਉਹਨੇ ਅਪਸਵਿੰਗ ਤੇ ਜਾਣਾ, ਤਾਂ ਕਿਤੇ ਇਨਫਲੇਸ਼ਨ ਜਿਹੜੀ ਕਾਬੂ ਹੋਣੀ ਹੈ, ਫਿਰ ਕਿਤੇ ਜਿਹੜਾ ਹੈ ਇਹ ਹਾਊਸਿੰਗ ਪ੍ਰਾਈਸਿਸ ਜਿਹੜੇ ਆ ਸਟੇਬਲਾਈਜ਼ ਹੋਣੇ ਆ ਸਰ। ਸੁਰਿੰਦਰਪਾਲ ਸਿੰਘ ਜੀ, ਬੜੀ ਮਿਹਰਬਾਨੀ, ਸ਼ੁਕਰੀਆ। ਥੈਂਕ ਯੂ ਸਰ।